मेरी तरफों सारिਆਂ ਨੂੰ ਸਤਿ ਸ੍ਰੀ ਅਕਾਲ, नमस्कार ਤੇ गुड आफ्टरनून। ਅੱਜ ਦੀ ਵੀਡੀਓ ਮੈਂ ਜੋ ਬਣਾਈ ਹੈ ਇਹ ਪੰਜਾਬੀ ਭਾਸ਼ਾ 'ਚ ਹੈ ਤੇ ਭਾਰਤ ਦੇ ਵੱਖ-ਵੱਖ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਦੇ ਵਿੱਚ ਜਿਹੜੇ ਬੱਚੇ ਲੜਕੇ ਜਾਂ ਲੜਕੀਆਂ ਡੀਜ਼ਲ ਮਕੈਨਿਕ, ਕਾਰ ਮਕੈਨਿਕ, ਮੋਟਰ ਮਕੈਨਿਕ ਦਾ ਕੋਰਸ ਕਰਦੇ ਨੇ, ਉਹ ਭਾਰਤ ਵਿੱਚ ਨੌਕਰੀ ਕਿੱਥੇ ਲੈ ਸਕਦੇ ਨੇ ਤੇ ਜੇਕਰ ਉਹ ਕੈਨੇਡਾ ਵਿੱਚ ਆਉਂਦੇ ਨੇ ਜਿੱਥੇ ਕਿ ਇਸ ਕੋਰਸ ਨੂੰ ਆਟੋਮੋਟਿਵ ਸਰਵਿਸ ਟੈਕਨੀਸ਼ੀਅਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਹ ਕੀ ਕੰਮ ਕਰ ਸਕਦੇ ਨੇ, ਮੈਂ ਇਹਦੇ ਬਾਰੇ ਜਾਣਕਾਰੀ ਦੇਵਾਂਗਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਕੋਰਸ ਜੇ ਤਾਂ ਕਿਸੇ ਨੇ ਭਾਰਤ ਵਿੱਚ ਹੀ ਰਹਿਣਾ ਹੈ ਤਾਂ ਉਹਦੀਆਂ ਰਿਕੁਆਇਰਮੈਂਟ ਡਿਫਰੈਂਟ ਨੇ, ਪਰ ਜੇਕਰ ਤੁਸੀਂ ਕੈਨੇਡਾ ਵਿੱਚ ਆਉਣਾ ਹੈ ਇਹ ਕੋਰਸ ਕਰਕੇ ਫਿਰ ਤੁਹਾਡੀਆਂ ਰਿਕੁਆਇਰਮੈਂਟ ਥੋੜੀਆਂ ਡਿਫਰੈਂਟ ਹੋਣਗੀਆਂ। ਜੇਕਰ ਤੁਸੀਂ ਇਹ ਕੋਰਸ ਕਰਕੇ ਇਹ ਕੋਰਸ 1 ਸਾਲ ਦਾ ਹੁੰਦਾ ਹੈ, ਇਹਦਾ ਦਾਖਲਾ ਸਿਰਫ ਅਗਸਤ ਤੇ ਜੁਲਾਈ ਤੇ ਅਗਸਤ ਦੇ ਮਹੀਨੇ 'ਚ ਹੁੰਦਾ ਹੈ। ਇਹਦੇ 'ਚ ਲੜਕੇ ਤੇ ਲੜਕੀਆਂ ਦੋਨੋਂ ਹੀ ਦਾਖਲਾ ਲੈ ਸਕਦੇ ਨੇ ਤੇ ਜੇਕਰ ਤੁਸੀਂ ਇਹ ਕੋਰਸ ਕਰਦੇ ਜੇ ਤਾਂ ਤੁਹਾਨੂੰ ਸਰਕਾਰੀ ਤੇ ਗੈਰ ਸਰਕਾਰੀ ਨੌਕਰੀ ਮਿਲਣ 'ਚ ਬਹੁਤਾ ਟਾਈਮ ਨਹੀਂ ਲੱਗਦਾ। ਦੇਖੋ ਜੋ ਪੈਪਸੂ ਰੋਡ ਹੈ, ਪੰਜਾਬ ਰੋਡਵੇਜ ਹੈ, ਅਲੱਗ-ਅਲੱਗ ਸਕੂਲ ਬੱਸਾਂ ਨੇ, ਫਿਰ ਕੀ ਹੈ ਕਿ ਆਰਮੀ, ਨੇਵੀ, 에ਅਰ ਫੋਰਸ ਸਾਰਿਆਂ ਦੇ ਵਿਚਕਾਰ ਮਕੈਨੀਕਲ ਬ੍ਰਾਂਚ ਹੁੰਦੀ ਹੈ, ਉਹਦੇ ਵਿੱਚ ਤੁਸੀਂ ਜਾ ਸਕਦੇ ਜੀ। ਜਿਹੜੀ ਭਾਰਤ ਸਰਕਾਰ ਨਵੀਂ ਆਰਮੀ ਦੀ ਭਰਤੀ ਕਰ ਰਹੀ ਹੈ ਉਹਦੇ ਵਿੱਚ ਵੀ ਤੁਸੀਂ ਜਿਹੜੇ ਬੱਚੇ ਇਹ ਕੋਰਸ ਕਰ ਚੁੱਕੇ ਨੇ ਜੇ ਉਹ ਜਾਂਦੇ ਨੇ ਤਾਂ ਉਹ ਮਕੈਨੀਕਲ ਬ੍ਰਾਂਚ ਵਿੱਚ ਜਾ ਸਕਦੇ ਨੇ। ਜਦੋਂ ਤੁਹਾਡਾ 4 ਸਾਲ ਦਾ ਉੱਥੇ ਟੈਨਿਓਰ ਪੂਰਾ ਹੋ ਜਾਏਗਾ ਤੁਸੀਂ ਉਹ ਸਾਰੀਆਂ ਯੋਗਤਾਵਾਂ ਪੂਰੀਆਂ ਕਰ ਸਕਦੇ ਜੀ ਜਿਹੜੀਆਂ ਕਿ ਕੈਨੇਡਾ ਦੇ ਵਿੱਚ ਆਉਣ ਵਾਸਤੇ ਚਾਹੀਦੀਆਂ ਹੋਣ। ਫੋਰ ਐਗਜ਼ਾਮਪਲ ਜੇ ਤੁਹਾਨੂੰ ਹੁਣ ਜਾਓਗੇ ਤੁਸੀਂ ਮੈਟ੍ਰਿਕ ਕਰਨ ਤੋਂ ਬਾਅਦ ਵੀ ਜੁਆਇਨ ਕਰ ਸਕਦੇ ਜੀ, ਤਾਂ ਉਹਦੇ ਵਿੱਚ ਤੁਹਾਨੂੰ ਕੀ ਹੋਏਗਾ ਕਿ ਜਦ ਤੁਸੀਂ ਇੱਕ ਤਾਂ 4 ਸਾਲ ਦਾ ਭਾਰਤ ਸਰਕਾਰ ਦਾ ਤਜਰਬਾ ਹੋਊਗਾ, ਵੈਰੀਫਾਈਡ ਹੈ, 10+2 ਦਾ ਸਰਟੀਫਿਕੇਟ ਮਿਲੂਗਾ। ਫਿਰ ਤੁਹਾਡੀ ਜਿਹੜੀ ਉਦੋਂ ਤੁਹਾਡੀ ਮਕੈਨੀਕਲ ਦਾ ਐਕਸਪੀਰੀਅੰਸ ਹੋਏਗਾ, ਉਹ ਕਿਉਂਕਿ ਕੈਨੇਡਾ ਦੀ ਸਰਕਾਰ 2 ਸਾਲ ਦਾ ਵਰਕ ਐਕਸਪੀਰੀਅੰਸ ਮੰਗਦੀ ਹੈ, ਤੁਸੀਂ ਉਹ ਕੰਪਲੀਟ ਕਰ ਚੁੱਕੇ ਹੋਵੋਗੇ। ਮੇਰੇ ਕਹਿਣ ਦਾ ਕੀ ਭਾਵ ਹੈ ਕਿ ਜਿਹਦੇ ਕੋਲ ਪੈਸੇ ਦੀ ਸ਼ਾਰਟੇਜ ਹੈ ਉਹ ਤੁਰੰਤ ਉਸ ਆਰਮੀ, ਨੇਵੀ, 에ਅਰ ਫੋਰਸ, ਕੋਸਟਲ ਗਾਰਡ ਦੀ ਭਰਤੀ ਵਿੱਚ ਚਲੇ ਜਾਓ ਤੇ ਇਹ ਕੋਰਸ ਕਰਨ ਤੋਂ ਬਾਅਦ ਤੁਸੀਂ ਕੈਨੇਡਾ ਆਰਾਮ ਦੇ ਨਾਲ ਆ ਸਕੋਗੇ। ਹੁਣ ਮੈਂ ਤੁਹਾਨੂੰ ਦੱਸੂਗਾ ਵੀ ਜਿਹੜੇ ਇਹ ਕੋਰਸ ਕਰਦੇ ਨੇ ਉਹ ਭਾਰਤ ਜਾਂ ਕੈਨੇਡਾ 'ਚ ਉਹਨਾਂ ਨੂੰ ਕੀ ਕੰਮ ਕਰਨਾ ਪੈਂਦਾ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖਿਆ ਨਾ ਕਿ ਅੱਜ ਕੱਲ੍ਹ ਟਾਈਮ ਦੀ ਬੜੀ ਸ਼ਾਰਟੇਜ ਹੈ, ਨਾ ਤਾਂ ਭਾਰਤ ਵਿੱਚ ਕਿਸੇ ਕੋਲ ਟਾਈਮ ਹੈ ਨਾ ਕੈਨੇਡਾ ਵਿੱਚ ਕਿਸੇ ਕੋਲ ਟਾਈਮ ਹੈ। ਜਿਹਦੇ ਕੋਲ ਵੀ ਕਾਰ ਹੈ ਉਹ ਆਪਦਾ ਟੈਲੀਫੋਨ ਦੇ ਉੱਤੇ ਸਰਵਿਸ ਕਾਲ ਬੁੱਕ ਕਰਦਾ, ਜਿਹੜਾ ਕੰਪਨੀ ਦਾ ਸਰਵਿਸ ਟੈਕਨੀਸ਼ੀਅਨ ਹੈ ਉਹ ਘਰੇ ਆ ਕੇ ਤੁਹਾਡੇ ਕੋਲ ਕਾਰ ਦੀ ਚਾਬੀ ਲੈਂਦਾ, ਗੱਡੀ ਲੈ ਕੇ ਟੈਸਟ ਡਰਾਈਵ ਕਰਦਾ, ਉਹਨੂੰ ਵਰਕਸ਼ਾਪ ਲੈ ਜਾਂਦਾ, ਲੋੜੀਂਦੀ ਰਿਪੇਅਰ ਕਰਕੇ ਸ਼ਾਮੀ ਨਾਲ ਤੇ ਕਾਰ ਵਾਪਸ ਦੇ ਜਾਂਦਾ, ਨਾਲੇ ਆਪਦੀ ਪੇਮੈਂਟ ਲੈ ਲੈਂਦਾ। ਸੋ ਤੁਸੀਂ ਗੱਡੀ ਤਾਂ ਹੀ ਡਰਾਈਵ ਕਰ ਸਕਦੇ ਜੀ ਜੇ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਏਗਾ। ਸੋ ਜਿਹੜੇ ਵੀ ਇਸ ਪਾਰਟਿਕੂਲਰ ਟ੍ਰੇਡ ਦੇ ਵਿਚਕਾਰ ਟ੍ਰੇਨਿੰਗ ਲੈ ਰਹੇ ਨੇ ਉਹਨਾਂ ਕੋਲ ਨੂੰ ਨਾਲ ਦੀ ਨਾਲ ਆਪਦਾ ਡਰਾਈਵਿੰਗ ਲਾਇਸੈਂਸ, ਜੇ ਕਾਰ ਰਿਪੇਅਰ ਵਰਕਸ਼ਾਪ ਵਿੱਚ ਲੱਗਣਾ ਤਾਂ ਕਾਰ ਦਾ, ਜੇ ਟਰੱਕਾਂ ਦੀ ਵਰਕਸ਼ਾਪ ਵਿੱਚ ਬਾਹਰਲੇ ਦੇਸ਼ ਵਿੱਚ ਆਉਣਾ ਤਾਂ ਉਹਦੇ ਕੋਲ ਟਰੱਕ ਚਲਾਉਣ ਦਾ ਲਾਇਸੈਂਸ ਹੋਣਾ ਲਾਜ਼ਮੀ ਹੈ। ਸੋ ਸਭ ਤੋਂ ਪਹਿਲਾਂ ਉਹ ਕੀ ਕਰੂਗਾ, ਵਰਕ ਆਰਡਰ ਜਿਹੜਾ ਉਹਨੂੰ ਮਿਲੂਗਾ ਉਹ ਆਪਦੇ ਸੁਪਰਵਾਈਜ਼ਰ ਨਾਲ ਡਿਸਕਸ ਕਰੂਗਾ ਜਾਂ ਫੋਨ ਦੇ ਉੱਤੇ ਕੰਪਨੀ ਦਾ ਜਿਹੜਾ ਵੀ ਉਹ ਕਾਰ ਦਾ ਡਰਾਈਵਰ ਹੈ ਚਾਹੇ ਮਾਲਕ ਹੈ ਉਹਦੇ ਨਾਲ ਗੱਲ ਕਰਕੇ ਸਹੀ ਸਥਿਤੀ ਜਾਣਨ ਦੀ ਕੋਸ਼ਿਸ਼ ਕਰੂਗਾ। ਫਿਰ ਉਹ ਗੱਡੀ ਦੀ ਇੰਸਪੈਕਸ਼ਨ ਕਰੂਗਾ, ਫਿਰ ਉਹ ਗੱਡੀ ਨੂੰ ਟੈਸਟ ਡਰਾਈਵ ਕਰੇਗਾ ਤੇ ਦੇਖੇਗਾ ਵੀ ਉਹਦੀਆਂ ਬ੍ਰੇਕ ਪੈਡਲ, ਫਿਰ ਕਲੱਚ, ਫਿਰ ਜਿਹੜੀ ਬ੍ਰੇਕਸ, ਫਿਰ ਸਟੀਅਰਿੰਗ ਵੀਲ ਦੀ ਟੈਸਟਿੰਗ ਕਰੇਗਾ, ਇਲੈਕਟ੍ਰੀਕਲ ਸਿਸਟਮ ਦੇਖੇਗਾ, ਫਲੈਸ਼ਰਸ, ਲੈਂਪਸ, ਐਵਰੀਥਿੰਗ। ਫਿਰ ਉਹ ਉਹਦੇ ਕੰਪਿਊਟਰ ਲਗਾ ਕੇ ਉਹਦੀ ਕੰਪਿਊਟਰਾਈਜ਼ਡ ਡਾਇਗਨੋਸਟਿਕ ਕਰੇਗਾ। ਦੇਖੋ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਜਦ ਵੀ ਤੁਸੀਂ
ਕਿਸੇ ਵੀ ਕਾਰ ਵਰਕਸ਼ਾਪ ਜਾਂ ਕਿਸੇ ਵੀ ਵਹੀਕਲ ਵਰਕਸ਼ਾਪ ਵਿੱਚ ਜਾਂਦੇ ਜੀ ਤਾਂ ਉੱਥੇ ਕੰਪਿਊਟਰ ਦੇ ਨਾਲ ਗੱਡੀ ਦੇ ਵੇਰੀਅਸ ਇਕਵਿਪਮੈਂਟ ਦੀ ਟੈਸਟਿੰਗ ਕੀਤੀ ਜਾਂਦੀ ਆ। ਫਿਰ ਉਹ ਬ੍ਰੇਕਾਂ, ਫਲੂਇਡ ਲੈਵਲ, ਫਲੂਇਡ ਕੰਡੀਸ਼ਨ, ਕਲੱਚ ਦੇ ਬਾਰੇ ਆਪਰੇਟ ਕਰਕੇ ਦੇਖੇਗਾ ਕਿ ਉਹਦੇ ਕੀ ਕੁਛ ਐਡਜਸਟਮੈਂਟ ਹੋਣ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਰਿਪੇਅਰ ਦੀ ਲੋੜ ਹੈ ਜਾਂ ਰਿਪਲੇਸਮੈਂਟ ਦੀ ਲੋੜ ਹੈ। ਉਸ ਫਾਲਟ ਨੂੰ ਕੱਢੇਗਾ ਜਿਹੜੇ ਉਹਦੇ ਡਿਫੈਕਟ ਹੋਏਗਾ ਗੱਡੀ ਵਿਚਕਾਰ। ਉਸ ਤੋਂ ਇਲਾਵਾ ਉਹ ਐਡਜਸਟ, ਰਿਪੇਅਰ ਜਾਂ ਪਾਰਟ ਦੀ ਰਿਪਲੇਸਮੈਂਟ ਕਰੇਗਾ ਜਾਂ ਉਹਦੀ ਰਿਪੇਅਰ ਕਰੇਗਾ। ਜਿਹੜੇ ਵਹੀਕਲ ਦੇ ਕੰਪੋਨੈਂਟ ਹੈ, ਜੇ ਫਿਊਲ ਸਿਸਟਮ ਹੋਇਆ, ਬ੍ਰੇਕ ਹੋਇਆ, ਸਟੀਅਰਿੰਗ ਹੋਈ, ਸਸਪੈਂਸ਼ਨ ਹੋਈ, ਇੰਜਨ ਤੇ ਜਿਹੜਾ ਉਹਦਾ ਡਰਾਈਵਿੰਗ ਸਿਸਟਮ ਹੈ, ਐਮਿਸ਼ਨ ਤੇ ਐਗਜ਼ਾਸਟ ਹੈ, ਉਹਦੇ ਸਾਰਿਆਂ ਦਾ ਨਿਰੀਖਣ ਕਰੂਗਾ ਤੇ ਉਹ ਆਪਣੀ ਜੋ ਵੀ ਉਹਨੂੰ ਸਮਝ ਹੋਏਗੀ ਟ੍ਰੇਨਿੰਗ ਦੌਰਾਨ ਉਹਨੂੰ ਸਿਖਾਇਆ ਜਾਊਗਾ ਕਿ ਵੀ ਆਹ ਚੀਜ਼ ਦੀ ਰਿਪਲੇਸਮੈਂਟ ਹੋਣੀ ਹੈ, ਉਹ ਚੀਜ਼ ਨੂੰ ਰਿਪਲੇਸ ਕਰੇਗਾ। ਤੁਹਾਨੂੰ ਪਤਾ ਵੀ ਅੱਜ ਕੱਲ੍ਹ ਸਾਰੀਆਂ ਗੱਡੀਆਂ 'ਚ ਕੂਲਿੰਗ ਸਿਸਟਮ ਵੀ ਲੱਗਾ ਹੋਇਆ ਤੇ ਹੀਟ ਸਿਸਟਮ ਵੀ ਲੱਗਾ ਹੋਇਆ। ਉਹ ਦੋਨਾਂ ਦੀ ਟੈਸਟਿੰਗ ਕਰਨੀ, ਜੇ ਲੋਡ ਪਵੇ ਰਿਪੇਅਰ ਰਿਪਲੇਸਮੈਂਟ ਕਰਨੀ। ਫਿਰ ਕੀ ਹੈ ਕਿ ਜਿਹੜੇ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵੀ ਚੰਗੀਆਂ ਵਰਕਸ਼ਾਪਾਂ ਨੇ ਉਹਦੇ ਮੋਸਟ ਮਾਡਰਨ ਟੂਲਸ, ਈਵਨ ਆਪਾਂ ਨਟ ਬੋਲਟ ਵੀ ਜੇ ਟਾਈਟ ਕਰਦੇ ਆ ਉਹ ਵੀ ਬੈਟਰੀ ਆਪਰੇਟਡ ਟੂਲਸ ਦੇ ਨਾਲ ਜਾਂ ਏਅਰ ਪ੍ਰੈਸ਼ਰ ਦੇ ਨਾਲ ਕੀਤੇ ਜਾਂਦੇ ਨੇ। ਉਹਨਾਂ ਨੂੰ ਵਰਤਣਾ, ਉਹਦੀ ਟ੍ਰੇਨਿੰਗ ਦੇਣੀ। ਇਹਦੇ ਵਿਚਕਾਰ ਉਹ ਟੈਸਟ ਕਰੇਗਾ, ਐਡਜਸਟ ਕਰੇਗਾ। ਜਿਹੜੇ ਫੰਕਸ਼ਨ ਸਹੀ ਇਕਵਿਪਮੈਂਟ ਨਹੀਂ ਕਰਦੇ ਉਹਨਾਂ ਦੀ ਪਰਫਾਰਮੈਂਸ ਦੇਖੇਗਾ ਤੇ ਉਹਨੂੰ ਰਿਪੋਰਟ ਲੌਂਚ ਕਰੇਗਾ। ਉਹਦੀ ਜੋ ਵੀ ਤੁਹਾਨੂੰ ਯਾਦ ਹੋਏਗਾ ਕਿ ਹਰ ਸਟੈਂਡਰਡ ਮੈਨੂਫੈਕਚਰ ਦੀ ਇੱਕ ਸਪੈਸੀਫਿਕੇਸ਼ਨ ਦਿੱਤੀ ਹੁੰਦੀ ਹੈ ਕਿ ਉਹਦੀ ਗੱਡੀ ਦੀ ਪਹਿਲੀ ਵਾਰ ਲੂਬਾਲ 1000 ਕਿਲੋਮੀਟਰ ਤੇ, ਦੂਜੀ ਵਾਰ 2500 ਕਿਲੋਮੀਟਰ ਤੇ, ਤੀਜੀ ਵਾਰ 5000 ਕਿਲੋਮੀਟਰ ਦੇ ਉੱਤੇ ਉਹਦੀ ਚੇਂਜ ਕੀਤਾ ਜਾਣਾ ਹੈ। ਤੇ ਜੋ ਵੀ ਮੈਨੂਫੈਕਚਰਰਸ ਦੀ ਹਦਾਇਤਾਂ ਹੁੰਦੀਆਂ ਉਹਦੇ ਮੁਤਾਬਕ ਉਹਨੇ ਕੰਮ ਕਰਕੇ ਦੇਣਾ ਹੁੰਦਾ ਹੈ। ਫਿਰ ਕਸਟਮਰ ਦੇ ਨਾਲ ਗੱਲ ਕਰਨੀ, ਜੋ ਕੰਮ ਕਰਨਾ ਦੀ ਲੋੜ ਹੈ ਉਹਦੇ ਬਾਰੇ ਡਿਸਕਸ ਕਰਨਾ, ਗੱਡੀ ਦੀ ਕੰਡੀਸ਼ਨ ਬਾਰੇ ਜਾਣਕਾਰੀ ਹਾਸਲ ਕਰਨੀ ਤੇ ਭਵਿੱਖ ਵਿੱਚ ਉਹਦੀ ਨੈਕਸਟ ਸਰਵਿਸ ਕਦ ਹੋਣੀ ਹੈ ਉਹਦੇ ਬਾਰੇ ਜਾਣਕਾਰੀ ਹਾਸਲ ਕਰਨੀ। ਇਹ ਉਹਦੇ ਕੰਮ ਹੁੰਦੇ ਨੇ। ਜਿਹੜੇ ਲੋਕ ਮੈਨੂਫੈਕਚਰਿੰਗ ਯੂਨਿਟ ਵਿੱਚ ਕੰਮ ਕਰਦੇ ਨੇ, ਜਿੱਥੇ ਹੁਣ ਕਾਰਾਂ, ਬੱਸਾਂ ਜਾਂ ਜੀਪਾਂ ਬਣਦੀਆਂ ਨੇ, ਉਹਨਾਂ ਦੀ ਕੁਝ ਡਿਊਟੀਜ਼ ਐਕਸਟਰਾ ਹੁੰਦੀਆਂ ਨੇ ਜਿਹਦੇ ਬਾਰੇ ਮੈਂ ਤੁਹਾਨੂੰ ਫਰਦਰ ਦੱਸ ਰਿਹਾ। ਉਹਨਾਂ ਨੇ ਇੱਕ ਤਾਂ ਗੱਡੀ ਅਸੈਂਬਲ ਕਰਨੀ ਹੁੰਦੀ ਹੈ ਜਿਵੇਂ ਕਿ ਹਦਾਇਤਾਂ ਹੁੰਦੀਆਂ ਨੇ। ਤੇ ਮੋਸਟਲੀ ਕੀ ਹੁੰਦਾ ਹੈ, ਇੱਕ ਬੰਦਾ ਸਿਰਫ ਇੱਕ ਹੀ ਕੰਮ ਕਰਦਾ ਹੈ, ਇੱਕ ਤੋਂ ਵੱਧ ਕੰਮ ਨਹੀਂ ਕਰਦਾ। ਜੇ ਕਿਸੇ ਨੇ 4 ਵੀਲ ਲਾਉਣੇ ਆ, 4 ਵੀਲ ਹੀ ਲਾਉਣੇ ਆ। ਜੇ ਕਿਸੇ ਨੇ ਸਟੀਅਰਿੰਗ ਫਿੱਟ ਕਰਨਾ, ਉਹਨੇ ਸਟੀਅਰਿੰਗ ਹੀ ਫਿੱਟ ਕਰਨਾ ਹੈ। ਜੇ ਕਿਸੇ ਨੇ ਮਿਰਰ ਫਿੱਟ ਕਰਨਾ ਹੈ, ਸਾਈਡ ਮਿਰਰ, ਉਹਨੇ ਸਾਈਡ ਮਿਰਰ ਹੀ ਲਗਾਉਣਾ। Inspect and test mechanical units such as engine, transmission, axles and brake system to locate faults and malfunction। ਇਹ ਜਿਹੜੀਆਂ ਦਿੱਤੀਆਂ ਗਈਆਂ ਚੀਜ਼ਾਂ ਇਹਨਾਂ ਨੂੰ ਫਿੱਟ ਕਰਦਿਆਂ ਹੋਇਆਂ ਜੇ ਕੋਈ ਊਣਤਾਈ ਰਹਿ ਗਈ ਹੈ ਉਹਨਾਂ ਨੂੰ ਸਹੀ ਕਰਨਾ। ਸੁਪਰਵਾਈਜ਼ਰ ਦੇ ਨਾਲ ਆਲਟਰਨੇਟਿਵ ਬਾਰੇ ਗੱਲ ਕਰਨੀ ਹੈ ਵੀ ਇਸ ਚੀਜ਼ ਦੀ ਰਿਪੇਅਰ ਹੋਣੀ ਹੈ, ਰਿਪਲੇਸਮੈਂਟ ਹੋਣੀ ਹੈ, ਉਵੇਂ ਹੀ ਉਹਦੇ ਉੱਤੇ ਕਾਰਵਾਈ ਪਾਉਣੀ। Repair or replace mechanical units or components using hand and power tools। ਸੰਬੰਧਿਤ ਲੋੜੀਂਦੇ ਮਾਡਰਨ ਟੂਲਸ ਵਰਤਨੇ ਤੇ ਆਪਣੇ ਆਪ ਨੂੰ ਸੇਫ ਰੱਖਣ ਦੀ ਟ੍ਰੇਨਿੰਗ। ਟੈਸਟ ਐਂਡ ਐਡਜਸਟ ਯੂਨਿਟਸ ਟੂ ਸਪੈਸੀਫਿਕੇਸ਼ਨਸ ਫॉर ਪ੍ਰੋਪਰ ਪਰਫਾਰਮੈਂਸ। ਇਹਨਾਂ ਸਭ ਚੀਜ਼ਾਂ ਦੀ ਐਡਜਸਟਮੈਂਟ ਕਰਨੀ ਤਾਂ ਕਿ ਉਹਨਾਂ ਦੀ 100% ਪਰਫਾਰਮੈਂਸ ਹੋ ਸਕੇ। ਇਹ ਕੀ ਹੈ ਕਿ ਜਿਹੜੇ ਵੈਸਟਰਨ ਕੰਟਰੀ ਹੈ ਇਹ ਟ੍ਰੇਡ ਰੈਗੂਲੇਟਡ ਹੈ। ਤੁਸੀਂ ਜੋ ਵੀ ਗੱਡੀ ਉੱਤੇ ਕੰਮ ਕੀਤਾ ਹੈ ਤੁਸੀਂ ਉਸ ਵੈਬਸਾਈਟ ਦੇ ਉੱਤੇ ਪੂਰਾ ਵੇਰਵਾ ਦੇਣਾ ਹੁੰਦਾ ਹੈ। ਕਿੰਨੇ ਕੀਤਾ, ਕਿੰਨੇ ਪੈਸੇ ਲਏ, ਕਦ ਕੀਤਾ, ਤਾਂ ਕਿ ਪੁਲਿਸ ਅਥਾਰਟੀਜ਼ ਨੂੰ ਤੇ ਜਿਹੜੀ ਬੀਮਾ ਕੰਪਨੀਆਂ ਹੁੰਦੀਆਂ ਉਹਨਾਂ ਕੋਲ ਟੋਟਲ ਡਿਟੇਲ ਰਹਿਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਸਾਡੇ ਪਟਿਆਲਾ ਦਫ਼ਤਰ ਦੇ ਨਾਲ ਗੱਲ ਕਰ ਸਕਦੇ ਜੀ, ਜਿਹਦੇ 2 ਫੋਨ ਨੰਬਰ ਨੇ। ਉਹ ਸਿਰਫ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਕੰਮ ਕਰਦੇ ਨੇ। 9882
95000। ਦੂਜਾ ਫੋਨ ਨੰਬਰ ਹੈ 981551011148। ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਫ੍ਰੀ ਵਿੱਚ ਦਿੱਤੀ ਜਾਏਗੀ। ਜੇ ਤੁਸੀਂ ਇਹ ਦਾਖਲਾ ਉੱਥੇ ਲੈਂਦੇ ਜੇ, ਜਿਹਦੀ ਵੱਧ ਤੋਂ ਵੱਧ ਫੀਸ 22,500 ਰੁਪਏ ਹੈ, ਤੇ ਉਹਦੇ ਵਿਚਕਾਰ ਤੁਹਾਨੂੰ ਅੰਗਰੇਜ਼ੀ ਸਿਖਾਈ ਜਾਂਦੀ ਹੈ, ਤੁਹਾਨੂੰ ਕੰਪਿਊਟਰ ਸਿਖਾਇਆ ਜਾਂਦਾ ਹੈ, ਤੇ ਕੈਨੇਡਾ ਵਿੱਚ ਆਉਣ ਬਾਰੇ ਜਾਣਕਾਰੀ ਫ੍ਰੀ ਦਿੱਤੀ ਜਾਂਦੀ ਹੈ। ਤੇ ਜੇ ਤੁਸੀਂ ਭਾਰਤ ਸਰਕਾਰ ਜਾਂ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਪੰਜਾਬ ਦੀ ਜੌਬ ਕਰਨੀ ਹੈ, ਉੱਥੇ ਵੀ ਤੁਹਾਨੂੰ ਜਾਣਕਾਰੀ ਟੋਟਲੀ ਦਿੱਤੀ ਜਾਂਦੀ ਹੈ। ਜੇ ਤੁਸੀਂ ਕਿਤੇ ਸਰਵਿਸ ਕਰ ਰਹੇ ਜੇ ਤਾਂ ਤੁਸੀਂ ਫਿਰ ਵੀ ਇਹ ਕੋਰਸ ਜੁਆਇਨ ਕਰ ਸਕਦੇ ਜੇ, ਆਨਲਾਈਨ ਟ੍ਰੇਨਿੰਗ ਲੈ ਸਕਦੇ ਜੇ, ਪਰ ਐਗਜ਼ਾਮੀਨੇਸ਼ਨ ਦੇਣ ਵੇਲੇ ਤੁਹਾਨੂੰ ਉੱਥੇ ਪਰਸਨਲ ਤੌਰ ਤੇ ਹਾਜ਼ਰ ਹੋਣਾ ਪਏਗਾ। ਇਹਦਾ ਦਾਖਲਾ ਸਿਰਫ ਜੁਲਾਈ ਤੇ ਅਗਸਤ ਮਹੀਨੇ ਵਿੱਚ ਹੁੰਦਾ ਹੈ। ਪਲੀਜ਼ ਸਟੇ ਕਨੈਕਟਡ ਵਿਦ ਅਸ। contact us 9815101148।